ਜਦੋਂ ਮੈਂ ਜਵਾਨ ਹੋਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ, ਪਰ ਮੇਰੇ ਪਿਤਾ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਮੈਂ ਆਪਣੀ ਮਾਂ ਨਾਲ ਨਫ਼ਰਤ ਕਰਦੀ ਸੀ ਕਿਉਂਕਿ ਉਸਨੇ ਗਲਤ ਕੰਮ ਕੀਤਾ ਸੀ, ਪਰ ਮੈਂ ਹੈਰਾਨ ਸੀ ਕਿ ਮੇਰੀ ਮਾਂ ਇਸ ਕੁੜੀ ਨੂੰ ਗੁਪਤ ਕਿਉਂ ਰੱਖਦੀ ਸੀ। ਅੱਜ ਤੱਕ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਮੇਰੀ ਮਾਂ ਸਾਡੇ ਘਰ ਦਾ ਦਰਵਾਜ਼ਾ ਹਮੇਸ਼ਾ ਬੰਦ ਰੱਖਦੀ ਸੀ। 20 ਸਾਲ ਬਾਅਦ ਅਚਾਨਕ ਮੈਂ ਦਰਵਾਜ਼ੇ ਵਿੱਚੋਂ ਝਾਤ ਮਾਰੀ ਤਾਂ ਅੰਦਰੋਂ ਮਾਂ ਦੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਦੇਖਿਆ ਤਾਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਕਿਉਂਕਿ ਉਹ ਲੜਕੀ ਮੇਰਾ ਨਾਮ ਸੁਮਿਤੀ ਹੈ। ਮੈਂ ਆਪਣੀ ਜ਼ਿੰਦਗੀ ਦੇ ਕਈ ਸਾਲ ਪਹਿਲਾਂ ਮਾਂ ਦੀ ਨਫ਼ਰਤ ਵਿੱਚ ਗੁਜ਼ਾਰੀ, ਪਰ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਪਿਆਰ ਕੀਤਾ ਹੈ। ਮੇਰੀ ਮਾਂ ਨੇ ਮੈਨੂੰ ਸਾਡੇ ਰਿਸ਼ਤੇਦਾਰਾਂ ਬਾਰੇ ਕੁਝ ਨਹੀਂ ਦੱਸਿਆ। ਜਦੋਂ ਵੀ ਮੈਂ ਉਸ ਨੂੰ ਪੁੱਛਦੀ ਤਾਂ ਉਹ ਮੈਨੂੰ ਕਹਿੰਦੀ ਕਿ ਸਾਡਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਜਦੋਂ ਮੈਂ ਸਕੂਲ ਜਾਂਦੀ ਤਾਂ ਮੇਰੀ ਮਾਂ ਹੀ ਮੈਨੂੰ ਸਕੂਲ ਛੱਡਣ ਜਾਂਦੀ ਅਤੇ ਮੇਰੀ ਮਾਂ ਹੀ ਮੈਨੂੰ ਲੈਣ ਆਉਂਦੀ। ਮੈਂ ਆਪਣੀ ਮਾਂ ਨਾਲ ਹੀ ਸੌਂਦੀ ਸੀ। ਜੇ ਉਹ ਘਰੋਂ ਦੂਰ ਕਿਸੇ ਦੇ ਕੋਲ ਥੋੜ੍ਹੀ ਦੇਰ ਲਈ ਵੀ ਚਲੀ ਜਾਂਦੀ ਸੀ ਤਾਂ ਮੈਨੂੰ ਬਹੁਤ ਚਿੰਤਾ ਹੋ ਜਾਂਦੀ ਸੀ। ਮੈਂ ਆਪਣੇ ਘਰ ਦੇ ਬੂਹੇ 'ਤੇ ਬੈਠੀ ਰੋਇਆ ਕਰਦੀ ਸੀ। ਜਿਵੇਂ ਹੀ ਮਾਂ ਮੇਰੇ ਰੋਣ ਦੀ ਆਵਾਜ਼ ਸੁਣਦੀ ਸੀ, ਉਹ ਦੌੜ ਕੇ ਮੇਰੇ ਕੋਲ ਆਉਂਦੀ ਅਤੇ ਮੈਨੂੰ ਆਪਣੀ ਗੋਦ ਵਿੱਚ ਚੁੱਕ ਕੇ ਮੈਨੂੰ ਪਿਆਰ ਕਰਨ ਲੱਗ ਜਾਂਦੀ ਸੀ। ਜਦੋਂ ਮੇਰੀ ਮਾਂ ਕਿਤੇ ਜਾਂਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੇਰੇ ਪਿਤਾ ਵਾਂਗ ਮੇਰੀ ਮਾਂ ਵੀ ਮੈਨੂੰ ਛੱਡ ਜਾਵੇਗੀ ਅਤੇ ਮੈਂ ਘਰ ਵਿੱਚ ਇਕੱਲੀ ਰਹਿ ਜਾਵਾਂਗੀ। ਪਰ ਜਿਵੇਂ ਮੈਂ ਵੱਡੀ ਹੋਈ, ਮੇਰੀ ਮਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੂੰ ਕਮਰੇ ਵਿੱਚ ਲੁਕੋ ਕੇ ਰੱਖਿਆ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਆਪਣੀ ਮਾਂ ਨਾਲ ਨਫ਼ਰਤ ਕਰਨ ਲੱਗੀ। ਮੈਂ ਸੋਚਿਆ ਕਿ ਉਹ ਇੱਕ ਚੰਗੀ ਔਰਤ ਨਹੀਂ ਸੀ ਕਿਉਂਕਿ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਜਦੋਂ ਮੈਂ ਬਚਪਨ ਵਿੱਚ ਸੀ, ਜਿਉਂ-ਜਿਉਂ ਦਿਨ ਬੀਤਦੇ ਗਏ, ਮੈਂ ਆਪਣੀ ਮਾਂ ਨੂੰ ਹੋਰ ਜ਼ਿਆਦਾ ਨਫ਼ਰਤ ਕਰਨ ਲੱਗੀ। ਪਰ ਮੇਰੀ ਮਾਂ ਹਮੇਸ਼ਾ ਮੈਨੂੰ ਸਮਝਾਉਂਦੀ ਅਤੇ ਗੱਲ ਕਰਨ ਦੀ ਕੋਸ਼ਿਸ਼ ਕਰਦੀ, ਪਰ ਮੇਰੀ ਨਫ਼ਰਤ ਘਟਣ ਦਾ ਨਾਮ ਨਹੀਂ ਲੈ ਰਹੀ ਸੀ। ਮਾਂ ਮੈਨੂੰ ਪੁੱਛਦੀ ਕਿ ਤੈਨੂੰ ਕੀ ਹੋਇਆ, ਤੁਸੀਂ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰਦੇ ਹੋ। ਪਹਿਲਾਂ ਮੈਂ ਸਮਝਦੀ ਸੀ ਤੂੰ ਮੇਰੇ ਨਾਲ ਨਾਰਾਜ਼ ਹੈ, ਪਰ ਤੇਰੇ ਦਿਲ ਵਿੱਚ ਮਾਂ ਲਈ ਇੰਨੀ ਨਫ਼ਰਤ ਕਿੱਥੋਂ ਆਈ। ਫਿਰ ਮੈਂ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਜਦੋਂ ਮੇਰੇ ਪਿਤਾ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਤਾਂ ਪਿਆਰੀ ਬੇਟੀ ਕਿੱਥੋਂ ਆਈ। ਮੇਰੀ ਮਾਂ ਮੇਰੇ ਸਵਾਲਾਂ ਦਾ ਜਵਾਬ ਨਾ ਦਿੰਦੀ ਅਤੇ ਚੁੱਪ ਹੋ ਜਾਂਦੀ। ਉਹ ਕੁੜੀ ਜਿਸ ਨੂੰ ਮੇਰੀ ਮਾਂ ਮੇਰੀ ਭੈਣ ਕਹਿ ਕੇ ਬੁਲਾਉਂਦੀ ਸੀ, ਮੈਨੂੰ ਕਿਹਾ ਕਿ ਮੇਰੀ ਮਾਂ ਨਾਲ ਲੜਾਈ ਨਾ ਕਰੋ। ਜਦੋਂ ਵੀ ਉਹ ਮੇਰੇ ਕੋਲ ਮੇਰੇ ਕਮਰੇ ਵਿੱਚ ਆਉਂਦੀ ਸੀ, ਮੈਂ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢ ਦਿੰਦੀ ਸੀ ਤੇ ਰੋਂਦੀ ਹੋਈ ਮੇਰੀ ਮਾਂ ਕੋਲ ਚਲੀ ਜਾਂਦੀ ਸੀ, ਪਰ ਮਾਂ ਮੈਨੂੰ ਕਦੇ ਕੁਝ ਨਹੀਂ ਕਹਿੰਦੀ ਸੀ। 40 ਸਾਲ ਦੀ ਉਮਰ ਵਿੱਚ ਮੇਰੀ ਮਾਂ ਦੇ ਚਿਹਰੇ 'ਤੇ ਬਹੁਤ ਸਾਰੀਆਂ ਝੁਰੜੀਆਂ ਸਨ ਅਤੇ ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਸਨ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਕੋਈ ਗੱਲ ਹੈ, ਕੋਈ ਦੁੱਖ ਹੈ, ਜਿਸ ਕਾਰਨ ਉਸ ਨੂੰ ਨੀਂਦ ਨਹੀਂ ਆ ਰਹੀ। ਸ਼ਾਇਦ ਇਹ ਉਸ ਦੇ ਕੀਤੇ ਪਾਪ ਦਾ ਅਸਰ ਹੈ। ਇਸ ਕਾਰਨ ਉਹਨਾਂ ਨੂੰ ਆਪਣੇ ਕੰਮਾਂ 'ਤੇ ਪਛਤਾਵਾ ਹੋ ਸਕਦਾ ਹੈ। ਮੇਰੀ ਮਾਂ ਮੇਰੀ ਨਜਾਇਜ਼ ਭੈਣ ਨੂੰ ਸਭ ਤੋਂ ਗੁਪਤ ਰੱਖਦੀ ਸੀ। ਜੇ ਕੋਈ ਦਰਵਾਜ਼ਾ ਖੜਕਾਉਂਦਾ ਤਾਂ ਉਹ ਪਹਿਲਾਂ ਮੇਰੀ ਭੈਣ ਨੂੰ ਕਮਰੇ ਵਿੱਚ ਲੁਕੋ ਲੈਂਦੀ। ਫਿਰ ਦਰਵਾਜ਼ਾ ਖੋਲ੍ਹ ਕੇ ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਕਿ ਇੱਕ ਦਿਨ ਮੇਰੀ ਮਾਂ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ, ਤੁਸੀਂ ਦੁਪਹਿਰ ਨੂੰ ਤਿਆਰ ਹੋ ਜਾਇਓ, ਮੁੰਡੇ ਵਾਲੇ ਤੈਨੂੰ ਦੇਖਣ ਆ ਰਹੇ ਹਨ ਅਤੇ ਉਹ ਬਹੁਤ ਚੰਗੇ ਲੋਕ ਹਨ। ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਦੁਪਹਿਰ ਵੇਲੇ ਜਦੋਂ ਉਹ ਲੋਕ ਸਾਡੇ ਘਰ ਆਏ ਤਾਂ ਮਾਂ ਮੇਰੇ ਕਮਰੇ ਵਿੱਚ ਆਈ, ਪਰ ਮੈਂ ਤਿਆਰ ਨਹੀਂ ਸੀ। ਮਾਂ ਮੈਨੂੰ ਕਹਿਣ ਲੱਗੀ, ਤੁਸੀਂ ਅਜੇ ਤੱਕ ਤਿਆਰ ਨਹੀਂ ਹੋਏ। ਉਹ ਲੋਕ ਆ ਗਏ। ਮੈਂ ਮੇਰੀ ਮਾਂ ਨੂੰ ਕਿਹਾ, ਮੇਰੀ ਚਿੰਤਾ ਨਾ ਕਰੋ, ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਤੁਸੀਂ ਆਪਣੀ ਲਾਡਲੀ ਧੀ ਦਾ ਵਿਆਹ ਕਰਵਾ ਲਓ, ਜਿਸ ਨੂੰ ਤੁਸੀਂ ਸਭ ਤੋਂ ਲੁਕੋ ਕੇ ਰੱਖਿਆ ਹੈ। ਮੇਰੇ ਮੂੰਹ 'ਤੇ ਹੱਥ ਰੱਖ ਕੇ ਕਹਿਣ ਲੱਗੀ, ਰੱਬ ਦੀ ਖਾਤਰ ਚੁੱਪ ਕਰ, ਹੌਲੀ ਗੱਲ ਕਰੋ, ਕਿਸੇ ਨੂੰ ਨਾ ਦੱਸੋ ਕਿ ਤੁਹਾਡੀ ਇੱਕ ਭੈਣ ਹੈ। ਮੈਂ ਉਸ ਨੂੰ ਇਹ ਵੀ ਕਿਹਾ ਕਿ ਤੁਸੀਂ ਆਪਣਾ ਗੁਨਾਹ ਕਦੋਂ ਤੱਕ ਛੁਪਾਓਗੇ, ਅੱਜ ਜਾਂ ਕੱਲ੍ਹ ਸਭ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਫਿਰ ਮੇਰੀ ਮਾਂ ਨੇ ਕਿਹਾ, ਮੈਂ ਸ਼ਹਿਰ ਛੱਡ ਕੇ ਇੱਥੋਂ ਚਲੀ ਜਾਵਾਂਗੀ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੀ ਮਾਂ ਨੇ ਇੱਕ ਧੀ ਨੂੰ ਜਨਮ ਦਿੱਤਾ, ਜਦੋਂ ਕਿ ਮੇਰੇ ਪਿਤਾ ਦਾ ਕੋਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਨਫ਼ਰਤ ਕਰਦੀ ਸੀ ਕਿਉਂਕਿ ਉਸਨੇ ਗਲਤ ਕੀਤਾ ਸੀ, ਪਰ ਮੈਨੂੰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਹਮੇਸ਼ਾ ਇਸ ਬੱਚੇ ਨੂੰ ਛੁਪਾ ਕੇ ਰੱਖਦੀ ਸੀ।
ਅੱਜ ਤੱਕ ਬੱਚੇ ਨੂੰ ਕਿਸੇ ਨੇ ਨਹੀਂ ਦੇਖਿਆ ਸੀ। ਹੁਣ ਉਹ ਵੀ ਜਵਾਨ ਹੋ ਗਈ ਸੀ। ਜਦੋਂ ਇੱਕ ਦਿਨ ਮੈਂ ਕਿਸੇ ਕੰਮ ਤੋਂ ਕਮਰੇ ਵਿੱਚ ਗਈ, ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਮਾਂ ਦੀ ਆਵਾਜ਼ ਆ ਰਹੀ ਸੀ। ਮੈਂ ਲੁਕ ਛਿਪ ਕੇ ਅੰਦਰ ਝਾਕੀ ਤਾਂ ਮੇਰਾ ਸਾਹ ਰੁਕਣ ਲੱਗਾ, ਕਿਉਂਕਿ ਮੇਰੀ ਮਾਂ ਉਸ ਮਾਸੂਮ ਬੱਚੀ ਨਾਲ ਬੈਠੀ ਰੋ ਰਹੀ ਸੀ ਤੇ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਹ ਕੀ ਕਹਿ ਰਹੀ ਸੀ। ਉਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੀ ਮਾਂ ਨੂੰ ਰੋਂਦੀ ਨਹੀਂ ਦੇਖ ਸਕਦੀ ਸੀ। ਮੈਂ ਝੱਟ ਮਾਂ ਕੋਲ ਗਈ। ਮੈਂ ਕਿਹਾ, ਤੁਸੀਂ ਹੁਣ ਕੀ ਕਹਿ ਰਹੇ ਸੀ? ਕੀ ਹੋਇਆ? ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸਿਆ? ਮੇਰੀ ਮਾਂ ਨੇ ਕਿਹਾ ਕਿ ਮੈਂ ਵਾਅਦਾ ਕੀਤਾ ਸੀ ਕਿ ਮੈਂ ਕਦੇ ਵੀ ਕਿਸੇ ਨੂੰ ਸੱਚ ਨਹੀਂ ਦੱਸਾਂਗੀ। ਪਰ ਤੇਰੀ ਨਫ਼ਰਤ ਹੁਣ ਮੇਰੇ ਤੋਂ ਸਹਿਣ ਨਹੀਂ ਹੁੰਦੀ। ਮੈਂ ਕੀ ਕਰਾਂ? ਮੈਂ ਆਪਣੀ ਇੱਕ ਧੀ ਦੇ ਕਾਰਨ ਦੂਜੀ ਨੂੰ ਆਪਣੇ ਤੋਂ ਦੂਰ ਰੱਖ ਰਹੀ ਹਾਂ। ਪਰ ਹੁਣ ਉਹ ਮੇਰੇ ਤੋਂ ਇਹ ਦਰਦ ਨਹੀਂ ਝੱਲਿਆ ਜਾਂਦਾ। ਮੈਂ ਨਹੀਂ ਚਾਹੁੰਦੀ ਕਿ ਕੱਲ੍ਹ ਮੇਰੇ ਮਰਨ ਤੋਂ ਬਾਅਦ ਵੀ ਤੁਸੀਂ ਮੇਰੇ ਨਾਲ ਨਫ਼ਰਤ ਕਰੋ। ਤੁਸੀਂ ਕਦੇ ਆਪਣੀ ਮਾਂ ਨੂੰ ਖੁਸ਼ੀ ਨਾਲ ਯਾਦ ਨਹੀਂ ਕੀਤਾ। ਤੂੰ ਮੈਨੂੰ ਇੰਨੀ ਨਫ਼ਰਤ ਕਰਨ ਲੱਗ ਪਈ ਹੈ। ਉਸ ਤੋਂ ਬਾਅਦ ਗੱਲ ਵੀ ਠੀਕ ਢੰਗ ਨਾਲ ਨਹੀਂ ਕਰਦੀ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮਾਂ ਨੇ ਕੋਈ ਪਾਪ ਕੀਤਾ ਹੈ, ਪਰ ਅਜਿਹਾ ਨਹੀਂ ਹੈ। ਅੱਜ ਮੈਂ ਤੁਹਾਨੂੰ ਪੂਰੀ ਸੱਚਾਈ ਦੱਸਣਾ ਚਾਹੁੰਦੀ ਹਾਂ। ਮੈਂ ਜਾ ਕੇ ਆਪਣੀ ਮਾਂ ਕੋਲ ਬੈਠ ਕੇ ਉਸ ਦੀਆਂ ਗੱਲਾਂ ਸੁਣਨ ਲੱਗੀ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਅਸੀਂ 5 ਭੈਣਾਂ ਸੀ ਅਤੇ ਸਾਡਾ ਇੱਕ ਭਰਾ ਸੀ। ਮੇਰੀ ਵੱਡੀ ਭੈਣ ਛੋਟੀ ਉਮਰ ਵਿੱਚ ਵਿਧਵਾ ਹੋ ਕੇ ਆਪਣੇ ਪੇਕੇ ਘਰ ਆ ਗਈ। ਮੇਰੀ ਮਾਂ ਨੂੰ ਸਦਮਾ ਲੱਗ ਗਿਆ ਅਤੇ ਉਸ ਨੇ ਮੰਜਾ ਫੜ ਲਿਆ। ਮੇਰੇ ਪਿਤਾ ਜੀ ਖੇਤਾਂ ਵਿੱਚ ਕੰਮ ਕਰਦੇ ਸਨ। ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ। ਸਾਡੇ ਪਿੰਡ ਦੀ ਹਾਲਤ ਬਹੁਤ ਮਾੜੀ ਸੀ। ਉੱਥੋਂ ਦੇ ਸਾਰੇ ਲੋਕ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ। ਸਿਰਫ 2-3 ਲੋਕ ਹੀ ਅਮੀਰ ਸਨ, ਪਰ ਉਹਨਾਂ ਲੋਕਾਂ ਕੋਲ ਬਹੁਤ ਪੈਸਾ ਸੀ। ਉਹ ਕਿਸੇ ਦੀ ਮਦਦ ਨਹੀਂ ਕਰਦੇ ਸੀ। ਉਹ ਸਿਰਫ ਆਪਣੇ ਬਾਰੇ ਹੀ ਸੋਚਦੇ ਸੀ। ਸਾਡਾ ਭਰਾ ਸਾਰੀਆਂ ਭੈਣਾਂ ਵਿੱਚੋਂ ਸਭ ਤੋਂ ਛੋਟਾ ਸੀ। ਪਿਤਾ ਜੀ ਉਸ ਨੂੰ ਸਕੂਲ ਭੇਜਣ ਲੱਗੇ। ਸਾਡਾ ਸਭ ਤੋਂ ਛੋਟਾ ਭਰਾ ਅਤੇ ਛੋਟੀ ਭੈਣ ਦੋਵੇਂ ਸਕੂਲ ਜਾਣ ਲੱਗੇ। ਪਿਤਾ ਜੀ ਨੇ ਕਿਹਾ ਕਿ ਪੈਸੇ ਨਾ ਹੋਣ ਕਰਕੇ ਹੋਰ ਬੱਚੇ ਨਹੀਂ ਪੜ੍ਹਾ ਸਕਦੇ। ਹੋ ਸਕਦਾ ਹੈ ਕਿ ਇਹ ਦੋਵੇਂ ਪੜ੍ਹ ਲਿਖ ਕੇ ਹੀ ਕੁਝ ਬਣ ਜਾਣ, ਫਿਰ ਸਾਡੇ ਵੀ ਦਿਨ ਬਦਲ ਜਾਣਗੇ। ਅਸੀਂ ਸਾਰੀਆਂ ਭੈਣਾਂ ਘਰ ਸਿਲਾਈ ਦਾ ਕੰਮ ਕਰਦੀਆਂ ਸੀ। ਸਾਨੂੰ ਉਸ ਵਿੱਚੋਂ ਵੀ ਬਹੁਤ ਘੱਟ ਪੈਸੇ ਮਿਲਦੇ, ਜੋ ਘਰ ਦੇ ਰਾਸ਼ਨ ਦੇ ਖਰਚ ਹੋ ਜਾਂਦੇ ਅਤੇ ਘਰ ਦੀਆਂ ਔਰਤਾਂ ਜਿਨ੍ਹਾਂ ਦੇ ਅਸੀਂ ਕੱਪੜੇ ਸੀਂਦੇ ਸੀ ਸਾਨੂੰ ਬਹੁਤੇ ਪੈਸੇ ਨਹੀਂ ਦਿੰਦੇ ਸੀ। ਪਰ ਅਸੀਂ ਬੇਵੱਸ ਹੋ ਜਾਂਦੇ ਸੀ। ਜੇ ਮੈਂ ਉਸ ਨੂੰ ਕੁਝ ਕਿਹਾ ਹੁੰਦਾ ਤਾਂ ਇਹ ਪੈਸੇ ਵੀ ਹੱਥੋਂ ਨਿਕਲ ਜਾਂਦੇ। ਪਤਾ ਨਹੀਂ ਰੱਬ ਨੇ ਉਹਨਾਂ ਲੋਕਾਂ ਨੂੰ ਇੰਨੇ ਛੋਟੇ ਦਿਲ ਕਿਉਂ ਦਿੱਤੇ ਸਨ। ਕਹਿੰਦੇ ਹਨ ਉਹ ਕਿਸੇ ਗਰੀਬ ਦੀ ਬੇਵੱਸੀ ਨੂੰ ਨਹੀਂ ਸਮਝਦੇ। ਉਹਨਾਂ ਦੇ ਦਿਲ ਵਿੱਚ ਇਹ ਗੱਲ ਕਦੇ ਨਹੀਂ ਆਉਂਦੀ ਕਿ ਅਸੀਂ ਕਿੰਨੇ ਬੇਵੱਸ ਹਾਂ। ਮੇਰੀ ਮਾਂ ਬਹੁਤ ਬਿਮਾਰ ਰਹਿੰਦੀ ਸੀ। ਮੇਰੀ ਭੈਣ ਨੇ ਦੱਸਿਆ ਕਿ ਪਿਤਾ ਜੀ ਕਿਸੇ ਤੋਂ ਕਰਜ਼ਾ ਲੈ ਕੇ ਮੇਰੀ ਮਾਂ ਦਾ ਇਲਾਜ ਸ਼ਹਿਰ ਦੇ ਕਿਸੇ ਚੰਗੇ ਡਾਕਟਰ ਤੋਂ ਕਰਵਾ ਰਹੇ ਹੈ। ਅਸੀਂ ਆਪਣੀ ਮਾਂ ਦਾ ਦਿਨ ਰਾਤ ਦੁੱਖ ਦੇਖਦੇ। ਪਿਤਾ ਜੀ ਕਹਿੰਦੇ, ਮੈਂ ਵੀ ਕੀ ਕਰਾਂ? ਮੈਂ ਹਰ ਰੋਜ਼ ਬਹੁਤ ਮਿਹਨਤ ਕਰਦਾ ਹਾਂ, ਪਰ ਜਿਨ੍ਹਾਂ ਲੋਕਾਂ ਨਾਲ ਮੈਂ ਕੰਮ ਕਰਦਾ ਹਾਂ, ਬਹੁਤ ਜ਼ਾਲਮ ਲੋਕ ਮੇਰੀ ਛੋਟੀ ਜਿਹੀ ਗਲਤੀ ਲਈ ਵੀ ਪੈਸੇ ਕੱਟ ਲੈਂਦੇ ਹਨ। ਭਾਵੇਂ ਅਸੀਂ ਤੇਰੀ ਮਾਂ ਨੂੰ ਸ਼ਹਿਰ ਲਿਜਾ ਕੇ ਕਿਸੇ ਸੀਨੀਅਰ ਡਾਕਟਰ ਨੂੰ ਦਿਖਾਉਂਦੇ ਹਾਂ ਤਾਂ ਪਹਿਲਾਂ ਉਹ ਰਿਪੋਰਟ ਕਰਵਾਉਂਦੇ ਹੈ ਤਾਂ ਸਾਡੇ ਹਜ਼ਾਰਾਂ ਰੁਪਏ ਉਸ ਵਿੱਚ ਹੀ ਖਰਚ ਹੋ ਜਾਂਦੇ ਆ। ਫਿਰ ਅਗਲੇ ਇਲਾਜ ਲਈ ਪੈਸੇ ਕਿੱਥੋਂ ਆਉਣਗੇ? ਹੁਣ ਪੁਰਾਣਾ ਕਰਜ਼ਾ ਨਹੀਂ ਮੋੜਿਆ ਗਿਆ ਤੇ ਸਾਨੂੰ ਗਰੀਬਾਂ ਨੂੰ ਕੌਣ ਉਧਾਰ ਦੇਵੇਗਾ? ਮੈਂ ਖੁਦ ਬਹੁਤ ਚਿੰਤਤ ਹਾਂ। ਜਿੱਧਰ ਦੇਖਦਾ ਹਾਂ ਹਰ ਰਸਤਾ ਬੰਦ ਹੁੰਦਾ ਲੱਗਦਾ ਹੈ। ਮੇਰੀ ਮਾਂ ਨੂੰ ਬਹੁਤ ਦਰਦ ਹੋ ਰਿਹਾ ਸੀ। ਉਹ ਰੋਣ ਲੱਗ ਪਈ। ਮੇਰੀਆਂ ਭੈਣਾਂ ਦੇ ਵੀ ਵਿਆਹ ਦੀ ਉਮਰ ਹੋ ਰਹੀ ਸੀ। ਮਾਂ ਤੇ ਮੇਰੇ ਪਿਤਾ ਜੀ ਬਹੁਤ ਪਰੇਸ਼ਾਨ ਸੀ। ਇੱਕ ਦਿਨ ਮਾਂ ਨੇ ਕਿਹਾ ਕਿ ਇਹ ਘਰ ਗਹਿਣੇ ਰੱਖ ਕੇ ਪੈਸੇ ਲੈ ਲਓ, ਕਿਸੇ ਤਰ੍ਹਾਂ ਧੀਆਂ ਦਾ ਫਰਜ਼ ਅਦਾ ਕਰੋ। ਵਿਆਹ ਤੋਂ ਬਾਅਦ ਅਸੀਂ ਥੋੜੇ ਕਰਕੇ ਵਾਪਸ ਕਰ ਦੇਵਾਂਗੇ। ਅਸੀਂ ਪਿਤਾ ਜੀ ਨੂੰ ਆਪਣਾ ਘਰ ਗਹਿਣੇ ਰੱਖਣ ਤੋਂ ਮਨਾ ਕਰ ਦਿੱਤਾ, ਪਰ ਉਹਨਾਂ ਨੇ ਸਾਡੀ ਗੱਲ ਨਾ ਸੁਣੀ ਅਤੇ ਘਰ ਗਹਿਣੇ ਰੱਖ ਦਿੱਤਾ। ਪਿਤਾ ਜੀ ਪੈਸੇ ਲੈ ਕੇ ਘਰ ਆ ਰਹੇ ਸੀ। ਉਹ ਗਰਮੀਆਂ ਦੇ ਦਿਨ ਸਨ। ਸੂਰਜ ਬਹੁਤ ਤੇਜ਼ ਸੀ। ਪਿਤਾ ਜੀ ਭੁੱਖਾ ਪਿਆਸਾ ਸੀ ਅਤੇ ਉਸ ਨੂੰ ਰਾਹ ਵਿੱਚ ਚੱਕਰ ਆ ਗਿਆ ਅਤੇ ਮੌਕੇ ਤੇ ਹੀ ਡਿੱਗ ਗਿਆ। ਕੁਝ ਲੋਕ ਉਸ ਨੂੰ ਘਰ ਲੈ ਆਏ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਕੋਲ ਪੈਸੇ ਨਹੀਂ ਸੀ। ਇਹ ਦੇਖ ਕੇ ਪਿਤਾ ਜੀ ਬਹੁਤ ਪਰੇਸ਼ਾਨ ਹੋ ਗਏ ਅਤੇ ਰੋਣ ਲੱਗੇ
ਅਸੀਂ ਪਿਤਾ ਜੀ ਨੂੰ ਪੁੱਛਿਆ ਤਾਂ ਉਸਨੇ ਸਾਰੀ ਗੱਲ ਦੱਸ ਦਿੱਤੀ। ਅਸੀਂ ਵੀ ਉਸਦੀ ਗੱਲ ਸੁਣ ਕੇ ਰੋਣ ਲੱਗ ਪਏ, ਕਿਉਂਕਿ ਸਾਡੇ ਕੋਲ ਇੱਕ ਸਾਡਾ ਘਰ ਹੀ ਸੀ, ਉਹ ਵੀ ਪਿਤਾ ਜੀ ਨੇ ਗਹਿਣੇ ਰੱਖਿਆ ਹੋਇਆ ਸੀ ਤੇ ਉਸ ਦੇ ਪੈਸੇ ਵੀ ਚੋਰੀ ਹੋ ਗਏ ਸਨ। ਲੱਗਦਾ ਸੀ ਕਿ ਹੁਣ ਸਾਡਾ ਸਾਹ ਰੁਕ ਗਿਆ ਹੈ। ਮਾਂ ਦੀ ਤਬੀਅਤ ਵੀ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਅਸੀਂ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ, ਪਰ ਉੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਉਹ ਲੋਕ ਉਹਨਾਂ ਵਿੱਚ ਹੀ ਲੱਗੇ ਹੋਏ ਸਨ ਜੋ ਉਹਨਾਂ ਨੂੰ ਪੈਸੇ ਦੇ ਰਹੇ ਸਨ। ਦੂਜੇ ਪਾਸੇ ਮੇਰੇ ਛੋਟੇ ਭਰਾ ਅਤੇ ਭੈਣ ਭੁੱਖ ਨਾਲ ਰੋ ਰਹੇ ਸਨ। ਅਸੀਂ ਸਵੇਰੇ ਤੋਂ ਕੁਝ ਨਹੀਂ ਖਾਧਾ ਸੀ। ਪਿਤਾ ਜੀ ਵੀ ਰੋਂਦਾ ਹੋਇਆ ਬਾਹਰ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਮੈਂ ਉਸ ਨੂੰ ਬਾਹਰ ਦੇਖਣ ਗਈ ਤਾਂ ਉਹ ਲੋਕਾਂ ਦੇ ਸਾਹਮਣੇ ਹੱਥ ਫੈਲਾ ਕੇ ਭੀਖ ਮੰਗ ਰਿਹਾ ਸੀ। ਉਹਨਾਂ ਨੂੰ ਦੇਖ ਕੇ ਮੈਂ ਉੱਥੇ ਬੈਠ ਕੇ ਰੋਣ ਲੱਗ ਗਈ। ਮੇਰੀ ਛੋਟੀ ਭੈਣ ਮੈਨੂੰ ਕਹਿਣ ਲੱਗੀ, ਭੈਣ ਚਿੰਤਾ ਨਾ ਕਰੋ, ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਹੈ। ਉਸ ਦਾ ਭਰਾ ਬਹੁਤ ਚੰਗਾ ਹੈ ਅਤੇ ਉਸ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਮੈਨੂੰ ਕੰਮ ਦੇਵੇਗਾ। ਉਹ ਬਹੁਤ ਅਮੀਰ ਹੈ, ਉਸ ਕੋਲ ਬਹੁਤ ਸਾਰਾ ਪੈਸਾ ਹੈ। ਉਹ ਮੇਰੇ ਵਰਗੀਆਂ ਕਈ ਕੁੜੀਆਂ ਨੂੰ ਕੰਮ ਤੇ ਲਾਉਂਦਾ ਹੈ। ਉਸ ਨੇ ਮੈਨੂੰ ਦੱਸਿਆ ਹੈ ਕਿ ਮੈਂ ਬਹੁਤ ਸੁੰਦਰ ਲੱਗਦੀ ਹਾਂ। ਜੇ ਮੈਂ ਚਾਹਾਂ ਤਾਂ ਮੈਂ ਮਾਡਲ ਬਣ ਸਕਦੀ ਹਾਂ। ਫਿਰ ਮੈਂ ਟੀਵੀ ਵਿੱਚ ਆਵਾਂਗੀ ਅਤੇ ਇੱਥੋਂ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਵੀ ਮਾਡਲਿੰਗ ਕਰਾਂਗੀ। ਜਦੋਂ ਭੈਣ ਨੇ ਮੇਰੀ ਗੱਲ ਸੁਣੀ ਤਾਂ ਉਹ ਮੈਨੂੰ ਕਹਿਣ ਲੱਗੀ, ਤੁਸੀਂ ਹੁਣ ਬਹੁਤ ਛੋਟੇ ਹੋ ਅਤੇ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਸਾਨੂੰ ਭੁੱਖਾ ਮਰਨਾ ਮਨਜ਼ੂਰ ਹੈ, ਪਰ ਤੁਹਾਨੂੰ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਨ ਦੇਵਾਂਗੀ। ਮੈਂ ਸੁਣਿਆ ਹੈ ਜੋ ਲੋਕ ਇਹ ਕੰਮ ਕਰਦੇ ਹਨ ਉਹਨਾਂ ਦੇ ਨਤੀਜੇ ਬਹੁਤ ਮਾੜੇ ਹੁੰਦੇ ਹਨ ਅਤੇ ਕੋਈ ਵੀ ਕਿਸੇ ਗਰੀਬ ਲੜਕੀ ਦੀ ਬਿਨਾਂ ਕਾਰਨ ਮਦਦ ਨਹੀਂ ਕਰਦਾ ਅਤੇ ਨਾ ਹੀ ਉਸ ਨੂੰ ਕੋਈ ਕੰਮ ਦਿੰਦਾ ਹੈ। ਉਸ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। ਇਹ ਸਭ ਇੰਨਾ ਆਸਾਨ ਨਹੀਂ ਹੈ ਜਿੰਨਾ ਤੁਸੀਂ ਸੋਚ ਰਹੇ ਹੋ। ਮੇਰੀ ਛੋਟੀ ਭੈਣ ਕਹਿਣ ਲੱਗੀ ਕਿ ਭੈਣ ਹੁਣ ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ। ਮੇਰੇ ਨਾਲ ਜੋ ਹੋਣਾ ਹੈ ਹੋਣ ਦਿਓ। ਕੋਈ ਫਰਕ ਨਹੀਂ ਪੈਂਦਾ ਕਿ ਮੇਰੀ ਜ਼ਿੰਦਗੀ ਮੈਨੂੰ ਕਿੱਥੇ ਲੈ ਜਾਂਦੀ ਹੈ, ਪਰ ਮੈਂ ਤੁਹਾਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦੀ। ਮੈਂ ਸਾਹਮਣੇ ਦੇਖ ਰਹੀ ਸੀ ਸਾਡਾ ਪਿਤਾ ਜੀ ਕਿੰਨਾ ਬੇਵੱਸ ਤੇ ਲਾਚਾਰ ਹੈ ਅਤੇ ਲੋਕਾਂ ਅੱਗੇ ਹੱਥ ਫੈਲਾ ਕੇ ਭੀਖ ਮੰਗ ਰਿਹਾ ਹੈ, ਸਿਰਫ 2 ਰੋਟੀਆਂ ਲਈ ਤਾਂ ਕਿ ਅਸੀਂ ਕੁਝ ਖਾ ਸਕੀਏ। ਸਾਡੀ ਮਾਂ ਦਾ ਇਲਾਜ ਕੀਤਾ ਜਾਵੇ। ਮੇਰੇ ਪਰਿਵਾਰ ਦੀ ਖਾਤਰ ਭੀਖ ਮੰਗਣਾ ਚੰਗਾ ਹੈ। ਮੇਰੀ ਜ਼ਿੰਦਗੀ ਬਰਬਾਦ ਕਰੋ। ਮੈਂ ਆਪਣੀ ਛੋਟੀ ਭੈਣ ਨੂੰ ਬਹੁਤ ਸਮਝਾਇਆ, ਪਰ ਉਸ ਨੇ ਮੇਰੀ ਇੱਕ ਨਾ ਸੁਣੀ। ਉਹ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਇਹ ਹਾਲ ਵਿੱਚ ਬਾਹਰ ਕੱਢ ਕੇ ਮਰੂੰਗੀ। ਜੇਕਰ ਅਸੀਂ ਇਸ ਹਾਲਤ ਵਿੱਚ ਸਦਾ ਲਈ ਰਹੇ ਤਾਂ ਕੋਈ ਵੀ ਸਾਡੇ ਨਾਲ ਵਿਆਹ ਨਹੀਂ ਕਰੇਗਾ। ਅਸੀਂ ਸਾਰੀ ਭੈਣਾਂ ਇਸ ਤਰ੍ਹਾਂ ਦੁਖੀ ਹੋ ਕੇ ਮਰ ਜਾਵਾਂਗੇ ਅਤੇ ਸਾਡੇ ਵੀਰ ਵੱਡਾ ਹੋ ਕੇ ਆਪ ਹੀ ਵਿਆਹ ਕਰਵਾਵੇਗਾ। ਉਹ ਇਹ ਨਹੀਂ ਦੇਖੇਗਾ ਕਿ ਉਸ ਦੀਆਂ ਭੈਣਾਂ ਨੇ ਉਸ ਲਈ ਕੀ ਕੀਤਾ। ਮਰਦ ਬਹੁਤ ਹੁਸ਼ਿਆਰ ਹੁੰਦੇ ਹਨ। ਜੇ ਪਿਤਾ ਜੀ ਨੇ ਵੀ ਆਪਣੀ ਹਾਲਤ ਬਾਰੇ ਸੋਚਿਆ ਹੁੰਦਾ ਤਾਂ ਉਹ ਕਦੇ ਵੀ 1 ਤੋਂ ਵੱਧ ਬੱਚੇ ਪੈਦਾ ਨਾ ਕਰਦਾ। ਜਦੋਂ ਤੱਕ ਮਾਂ ਦੀ ਸਿਹਤ ਠੀਕ ਰਹੀ ਉਹ ਕੰਮ ਵਿੱਚ ਪਿਤਾ ਜੀ ਦਾ ਹੱਥ ਵਟਾਉਂਦੀ ਰਹੀ। ਹੁਣ ਅਸੀਂ ਕੰਮ ਕਰਦੇ ਹਾਂ, ਇਸ ਲਈ ਲੋਕ ਸਾਨੂੰ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਉਹ ਸਾਨੂੰ ਖਾ ਲੈਣਗੇ। ਇਹਨਾਂ ਲੋਕਾਂ ਨੂੰ ਸਾਡੀ ਬੇਵਸੀ ਕਿਉਂ ਨਜ਼ਰ ਨਹੀਂ ਆਉਂਦੀ। ਫਿਰ ਡਾਕਟਰ ਨੇ ਆ ਕੇ ਕਿਹਾ ਕਿ ਹੁਣ ਤੁਹਾਨੂੰ 25,000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ, ਨਹੀਂ ਤਾਂ ਤੁਹਾਡੀ ਮਾਂ ਦੀ ਮੌਤ ਹੋ ਸਕਦੀ ਹੈ। ਇੰਨਾ ਪੈਸਾ ਸੁਣ ਕੇ ਪਾਪਾ ਆਪਣੀ ਛਾਤੀ ਤੇ ਹੱਥ ਰੱਖ ਕੇ ਉੱਥੇ ਹੀ ਬੈਠ ਗਏ। ਪਾਪਾ ਨੇ ਕਿਹਾ ਕਿ ਆਪਾਂ ਘਰ ਚੱਲਦੇ ਹਾਂ, ਤੁਹਾਡੀ ਮਾਂ ਨੂੰ ਇੱਥੇ ਹੀ ਛੱਡ ਦਿੰਦੇ ਹਾਂ। ਜਦੋਂ ਤੁਹਾਡੀ ਮਾਂ ਮਰ ਜਾਵੇਗੀ ਤਾਂ ਇਹ ਲੋਕ ਆਪ ਹੀ ਤੁਹਾਡੀ ਮਾਂ ਨੂੰ ਘਰ ਭੇਜ ਦੇਣਗੇ। ਜੇ ਆਪਾਂ ਹੁਣ ਹੀ ਤੁਹਾਡੀ ਮਾਂ ਨੂੰ ਘਰ ਲੈ ਗਏ ਤਾਂ ਸਾਨੂੰ 2 ਦਿਨਾਂ ਦਾ ਬਿੱਲ ਦੇਣਾ ਪਵੇਗਾ ਅਤੇ ਮੇਰੀ ਜੇਬ ਵਿੱਚ ਵੀ 1 ਪੈਸਾ ਵੀ ਨਹੀਂ ਹੈ। ਪਾਪਾ ਬਹੁਤ ਨਿਰਾਸ਼ ਸੀ। ਜਦੋਂ ਮੈਂ ਦੇਖਿਆ ਤਾਂ ਮੇਰੀ ਭੈਣ ਉੱਥੇ ਨਹੀਂ ਸੀ। ਮੈਂ ਉਸ ਨੂੰ ਸਾਰੇ ਹਸਪਤਾਲ ਵਿੱਚ ਲੱਭਿਆ, ਪਰ ਮੈਨੂੰ ਉਹ ਕਿਧਰੇ ਨਹੀਂ ਮਿਲੀ। ਮੈਂ ਆਪਣੇ ਭਰਾ ਨੂੰ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ, ਗੀਤਾ ਦੀਦੀ ਕਹਿ ਰਹੀ ਸੀ ਕਿ ਪਾਪਾ ਨੂੰ ਲੈ ਕੇ ਕਿਤੇ ਨਾ ਜਾਵੀਂ, ਮੈਂ ਪੈਸੇ ਲਿਆ ਰਹੀ ਹਾਂ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਡਰ ਗਈ। ਮੇਰੇ ਮਨ ਵਿੱਚ ਕਈ ਗਲਤ ਵਿਚਾਰ ਆ ਰਹੇ ਸਨ। ਸ਼ਾਮ ਨੂੰ ਜਦੋਂ ਉਹ ਵਾਪਸ ਆਈ ਤਾਂ ਉਸ ਦਾ ਚਿਹਰਾ ਬਹੁਤ ਉਦਾਸ ਸੀ। ਉਸ ਦੇ ਚਿਹਰੇ ਦਾ ਰੰਗ ਵੀ ਫਿੱਕਾ ਪੈ ਗਿਆ ਸੀ। ਉਹ ਪਾਪਾ ਦੇ ਹੱਥ ਤੇ ਪੈਸੇ ਰੱਖ ਕੇ ਕਹਿਣ ਲੱਗੀ ਕਿ ਪਾਪਾ ਹੁਣ ਸਾਨੂੰ ਪੈਸਿਆਂ ਦੀ ਕਮੀ ਨਹੀਂ ਆਵੇਗੀ। ਡਾਕਟਰ ਨੂੰ ਕਹੋ ਕਿ ਮੇਰੀ ਮਾਂ ਦਾ ਇਲਾਜ ਸ਼ੁਰੂ ਕਰ ਦੇਵੇ। ਮੈਂ ਆਪਣੀ ਛੋਟੀ ਭੈਣ ਦਾ ਹੱਥ ਫੜ ਕੇ ਉਸ ਨੂੰ ਇੱਕ ਪਾਸੇ ਲੈ ਗਈ। ਮੈਂ ਕਿਹਾ, ਤੂੰ ਇੰਨੇ ਪੈਸੇ ਕਿੱਥੋਂ ਲਿਆਈ ਹੈ?
ਤਾਂ ਗੀਤਾ ਕਹਿਣ ਲੱਗੀ ਕਿ ਭੈਣ ਜੀ, ਮੈਂ ਕੋਈ ਗਲਤ ਕੰਮ ਕਰਕੇ ਨਹੀਂ ਆਈ। ਮੈਂ ਇੱਕ ਮਾਡਲ ਬਣਾਂਗੀ। ਮੈਂ ਮਾਡਲਿੰਗ ਕਰਨਾ ਚਾਹੁੰਦੀ ਹਾਂ। ਮੇਰੇ ਨਾਲ ਮੇਰੇ ਦੋਸਤ ਦੇ ਭਰਾ ਨੇ ਵਾਅਦਾ ਕੀਤਾ ਹੈ। ਉਸਨੇ ਮੈਨੂੰ ਕਿਹਾ ਹੈ ਕਿ ਤੁਹਾਨੂੰ ਕਿਸੇ ਵੀ ਸਮੇਂ ਪੈਸੇ ਦੀ ਲੋੜ ਹੋਵੇ ਆ ਕੇ ਲੈ ਜਾਣਾ। ਉਸ ਸਮੇਂ ਸਾਰਿਆਂ ਨੇ ਉਸ ਤੇ ਭਰੋਸਾ ਕਰ ਲਿਆ ਸੀ, ਪਰ ਕੋਈ ਨਹੀਂ ਜਾਣਦਾ ਸੀ ਕਿ ਸੱਚਾਈ ਕੀ ਸੀ। ਮਾਂ ਦਾ ਇਲਾਜ ਸ਼ੁਰੂ ਹੋ ਗਿਆ ਸੀ। ਗੀਤਾ ਹਰ ਰੋਜ਼ ਤਿਆਰ ਹੋ ਕੇ ਘਰੋਂ ਨਿਕਲ ਜਾਂਦੀ ਸੀ। ਪਾਪਾ ਨੇ ਬਹੁਤ ਰੋਕਿਆ। ਪਾਪਾ ਉਸ ਦੀਆਂ ਹਰਕਤਾਂ ਨੂੰ ਦੇਖ ਸਕਿਆ, ਪਰ ਆਪਣੀ ਮਜਬੂਰੀ ਕਾਰਨ ਉਸ ਨੇ ਸੋਚਿਆ ਕਿ ਇਹ ਵਿੱਚ ਕੋਈ ਸਮੱਸਿਆ ਨਹੀਂ ਹੈ। ਜੇਕਰ ਮਾਡਲਿੰਗ ਦੀ ਗੱਲ ਹੈ ਤਾਂ ਅੱਜ ਕੱਲ੍ਹ ਬਹੁਤ ਸਾਰੀਆਂ ਕੁੜੀਆਂ ਮਾਡਲਿੰਗ ਕਰ ਰਹੀਆਂ ਹਨ। ਉਹ ਕੰਮ ਹੀ ਤਾਂ ਕਰ ਰਹੀ ਹੈ। ਅੱਜ ਕੱਲ੍ਹ ਦਾ ਮਾਹੌਲ ਹੀ ਅਜਿਹਾ ਹੈ। ਹੁਣ ਮੇਰੀ ਮਾਂ ਵੀ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ। ਜਦੋਂ ਅਸੀਂ ਆਪਣੀ ਮਾਂ ਨਾਲ ਘਰ ਆਏ ਤਾਂ ਉਹ, ਜਿਸ ਕੋਲ ਪਾਪਾ ਨੇ ਘਰ ਗਹਿਣੇ ਰੱਖਿਆ ਹੋਇਆ ਸੀ, ਪੈਸੇ ਨਾ ਦੇਣ ਕਾਰਨ ਉਸਨੇ ਸਾਡਾ ਘਰ ਵੇਚ ਦਿੱਤਾ। ਅਸੀਂ ਸਾਰੀ ਰਾਤ ਬਾਹਰ ਬਿਤਾਈ। ਇਸ ਬਾਰੇ ਜਦੋਂ ਮੇਰੀ ਭੈਣ ਗੀਤਾ ਨੂੰ ਪਤਾ ਲੱਗਾ ਤਾਂ ਉਸਨੇ ਇੱਕ ਫੋਨ ਕੀਤਾ। ਉਸੇ ਵੇਲੇ ਇੱਕ ਵੱਡੀ ਕਾਰ ਆਈ ਅਤੇ ਸਾਨੂੰ ਸਾਰਿਆਂ ਨੂੰ ਇਸ ਪਿੰਡ ਤੋਂ ਕਿਸੇ ਹੋਰ ਥਾਂ ਲੈ ਗਈ। ਉੱਥੇ ਇੱਕ ਬਹੁਤ ਵੱਡਾ ਘਰ ਸੀ। ਮੇਰੀ ਭੈਣ ਨੇ ਕਿਹਾ, ਅੰਦਰ ਆਓ। ਜਦੋਂ ਅਸੀਂ ਅੰਦਰ ਆ ਗਏ ਤਾਂ ਮੈਂ ਉਸ ਘਰ ਨੂੰ ਦੇਖ ਕੇ ਹੈਰਾਨ ਰਹਿ ਗਈ। ਇਹ ਘਰ ਬਹੁਤ ਵੱਡਾ ਅਤੇ ਬਹੁਤ ਆਲੀਸ਼ਾਨ ਸੀ। ਪਿਤਾ ਜੀ ਗੀਤਾ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ। ਉਹਨਾਂ ਨੇ ਗੀਤਾ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੇਰੀ ਬੇਟੀ ਨੇ ਸਾਡੀ ਸਾਰਿਆਂ ਦੀ ਤਕਦੀਰ ਬਦਲ ਦਿੱਤੀ ਹੈ। ਮੈਂ ਸਾਰਿਆਂ ਨੂੰ ਦੱਸਾਂਗਾ ਕਿ ਮੇਰੀ ਬੇਟੀ ਮਾਡਲਿੰਗ ਕਰਦੀ ਹੈ। ਪਰ ਉਸ ਨੇ ਕਿਹਾ, ਪਾਪਾ ਜੀ ਹੁਣ ਕਿਸੇ ਨੂੰ ਕੁਝ ਨਾ ਦੱਸੋ। ਹੁਣ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਨੂੰ ਪਤਾ ਲੱਗ ਜਾਵੇਗਾ। ਤੁਸੀਂ ਜਾਣਦੇ ਹੋ, ਲੋਕ ਈਰਖਾ ਕਰਨ ਲੱਗ ਪੈਂਦੇ ਹਨ। ਇਸ ਲਈ ਹੁਣ ਕਿਸੇ ਨੂੰ ਕੁਝ ਨਾ ਦੱਸੋ। ਹੁਣ ਇਹ ਘਰ ਤੁਹਾਡਾ ਹੈ। ਤੁਸੀਂ ਇੱਥੇ ਸ਼ਾਂਤੀ ਨਾਲ ਰਹੋ। ਮੈਨੂੰ ਆਪਣੇ ਕੰਮ ਲਈ ਦੇਰ ਹੋ ਰਹੀ ਹੈ। ਮੈਂ ਜਾ ਰਹੀ ਹਾਂ। ਬਹੁਤ ਜ਼ਿਆਦਾ ਕੰਮ ਹੈ। ਇਸ ਲਈ ਹੁਣ ਮੈਂ ਉੱਥੋਂ ਹੀ ਰੁਕਾਂਗੀ। ਫਿਰ ਖੁਸ਼ੀ ਵਿੱਚ ਉਸ ਦੀਆਂ ਗੱਲਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕਿੰਜ ਕੋਈ ਸਾਡੀਆਂ ਖੁਸ਼ੀਆਂ ਲਈ ਆਪਣੀ ਇੱਜ਼ਤ ਮਾਣ ਨੂੰ ਢਾਹ ਲਿਆ ਰਿਹਾ ਸੀ। ਮਾਂ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ। ਮੇਰੀ ਵਿਧਵਾ ਭੈਣ ਦਾ ਵੀ ਪਾਪਾ ਨੇ ਵਿਆਹ ਕਰ ਦਿੱਤਾ ਸੀ। ਦੂਜੀ ਭੈਣ ਅਤੇ ਫਿਰ ਤੀਜੀ ਭੈਣ ਵੀ ਵਿਆਹੀ ਗਈ ਸੀ। ਹੁਣ ਸਾਡੇ ਹਾਲਾਤ ਬਦਲ ਗਏ ਸਨ। ਸਾਡੀ ਕਿਸਮਤ ਵੀ ਬਦਲ ਗਈ ਸੀ। ਜਿੱਥੇ ਪਹਿਲਾਂ ਸਾਡੇ ਘਰ ਕੋਈ ਰਿਸ਼ਤਾ ਲੈ ਕੇ ਨਹੀਂ ਆਉਂਦਾ ਸੀ ਤੇ ਹੁਣ ਰਿਸ਼ਤਿਆਂ ਦੀਆਂ ਲੈਣਾ ਲੱਗ ਗਈਆਂ ਸਨ ਤੇ ਸਾਡੇ ਪਿੰਡ ਦੇ ਲੋਕ ਖੁਦ ਪਾਪਾ ਨੂੰ ਮਿਲਣ ਆਉਂਦੇ ਸਨ। ਸਾਡੀਆਂ ਸਾਰੀਆਂ ਭੈਣਾਂ ਦੇ ਵਿਆਹ ਬੜੀ ਧੂਮ-ਧਾਮ ਨਾਲ ਹੋਏ। ਹੁਣ ਮੇਰੇ ਵਿਆਹ ਦਾ ਨੰਬਰ ਸੀ। ਜਿਸ ਦਿਨ ਮੇਰਾ ਵਿਆਹ ਹੋਇਆ, ਮੈਂ ਗੀਤਾ ਨੂੰ ਕਿਹਾ ਕਿ ਤੂੰ ਮੇਰੇ ਵਿਆਹ ਵਿੱਚ ਆਵੇਂਗੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੀ ਭੈਣ ਹੈ ਤੇ ਇਸ ਤੋਂ ਵੀ ਵੱਧ ਮੇਰੀ ਸਹੇਲੀ। ਮੇਰੇ ਨਾਲ ਵਾਅਦਾ ਕਰੋ ਕਿ ਜਦੋਂ ਵੀ ਸਾਨੂੰ ਜ਼ਿੰਦਗੀ ਵਿੱਚ ਤੇਰੀ ਲੋੜ ਪਵੇਗੀ ਤੁਸੀਂ ਮੇਰੀ ਮਦਦ ਲਈ ਆਵੋਗੇ। ਮੈਂ ਕਿਹਾ, ਕੀ ਗੱਲ ਕਰ ਰਹੇ ਹੋ? ਪਰ ਤੂੰ ਤਾਂ ਮੇਰੀ ਛੋਟੀ ਭੈਣ ਹੈ। ਮੈਂ ਹਰ ਮੁਸ਼ਕਲ ਵਿੱਚ ਤੁਹਾਡਾ ਸਾਥ ਦੇਵਾਂਗੀ। ਮੈਂ ਤੁਹਾਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗੀ। ਮੈਂ ਆਪਣੇ ਵਿਆਹ ਵਾਲੇ ਦਿਨ ਉਸ ਦੀ ਉਡੀਕ ਕਰਦੀ ਰਹੀ, ਪਰ ਉਹ ਮੇਰੇ ਵਿਆਹ ਵਾਲੇ ਦਿਨ ਨਹੀਂ ਆਈ। ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਬਹੁਤ ਕੰਮ ਹੈ, ਮੈਂ ਨਹੀਂ ਆ ਸਕਦੀ। ਹੁਣ ਉਹ ਘਰ ਨਹੀਂ ਆਉਂਦੀ ਸੀ ਅਤੇ ਕਦੇ-ਕਦੇ ਆਉਂਦੀ ਵੀ ਸੀ ਤਾਂ ਰਾਤ ਦੇ ਹਨੇਰੇ ਵਿੱਚ ਆ ਕੇ ਜਾਂਦੀ ਸੀ। ਇੱਕ ਦਿਨ ਉਸਨੇ ਘਰ ਆ ਕੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਉਹ ਦੇਸ਼ ਤੋਂ ਬਾਹਰ ਜਾ ਰਹੀ ਹੈ। ਪਾਪਾ ਕਹਿਣ ਲੱਗੇ, ਗੀਤਾ ਬੇਟੀ, ਤੁਹਾਨੂੰ ਕੀ ਲੋੜ ਹੈ ਸਾਨੂੰ ਛੱਡ ਕੇ ਜਾਣ ਦੀ? ਹੁਣ ਤੁਸੀਂ ਇਹ ਕੰਮ ਛੱਡ ਦਿਓ। ਵੈਸੇ ਵੀ ਅੱਜ ਤੱਕ ਅਸੀਂ ਤੁਹਾਨੂੰ ਮਾਡਲਿੰਗ ਕਰਦੇ ਨਹੀਂ ਦੇਖਿਆ ਹੈ ਅਤੇ ਹੁਣ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ। ਤੁਸੀਂ ਪੁੱਤਰ ਬਣ ਕੇ ਸਾਰਿਆਂ ਦੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਤੁਸੀਂ ਵੀ ਵਿਆਹ ਕਰ ਲਓ। ਤੁਸੀਂ ਦੇਖਿਆ, ਤੇਰੇ ਵਰਗੀ ਧੀ ਨੂੰ ਲੈਣ ਕੋਈ ਸ਼ਹਿਜ਼ਾਦਾ ਹੀ ਆਵੇਗਾ। ਇਹ ਸੁਣ ਕੇ ਉਹ ਹੱਸਣ ਲੱਗੀ, ਪਰ ਉਸ ਦਾ ਹਾਸਾ ਪਹਿਲਾਂ ਵਰਗਾ ਨਹੀਂ ਸੀ। ਉਸ ਦੇ ਹਾਸੇ ਵਿੱਚੋਂ ਦੁੱਖ ਝਲਕ ਰਿਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸ ਨੇ ਬਹੁਤ ਕੁਝ ਗੁਆ ਲਿਆ ਹੋਵੇ। ਜਾਣ ਵੇਲੇ ਉਹ ਮੈਨੂੰ ਜੱਫੀ ਪਾ ਕੇ ਮਿਲੀ। ਉਸ ਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਸਾਡੇ ਸਾਰਿਆਂ ਤੋਂ ਕੁਝ ਲੁਕਾ ਰਹੀ ਹੈ। ਮੈਂ ਉਸ ਨੂੰ ਕਿਹਾ, ਗੀਤਾ, ਤੂੰ ਸਾਡੇ ਸਾਰਿਆਂ ਲਈ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਬਰਬਾਦ ਕਰ ਦਿੱਤੇ। ਹੁਣ ਤੁਹਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ।
ਹੋ ਸਕੇ ਤਾਂ ਇਹ ਇਸ ਦਲਦਲ ਵਿੱਚੋਂ ਬਾਹਰ ਆਓ। ਉਹ ਸਾਰੇ ਪਰਿਵਾਰ ਦੇ ਜੀਆਂ ਅਤੇ ਭੈਣਾਂ ਨੂੰ ਖੁਸ਼ ਦੇਖ ਰਹੀ ਸੀ। ਉਸ ਨੇ ਸਾਰੀਆਂ ਭੈਣਾਂ ਦੇ ਖਾਤੇ ਵੀ ਖੁਲਵਾ ਦਿੱਤੇ ਸਨ। ਹਰ ਮਹੀਨੇ ਉਹ ਹਰ ਕਿਸੇ ਦੇ ਖਾਤੇ ਵਿੱਚ ਥੋੜਾ ਥੋੜਾ ਪੈਸਾ ਪਾ ਦਿੰਦੀ ਸੀ। ਇਸ ਕਾਰਨ ਮੇਰੀਆਂ ਭੈਣਾਂ ਦੇ ਪਤੀ ਅਤੇ ਉਹਨਾਂ ਦੇ ਸਹੁਰੇ ਵੀ ਉਸ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸਨ, ਕਿਉਂਕਿ ਉਹਨਾਂ ਨੂੰ ਹਰ ਮਹੀਨੇ ਪੈਸੇ ਮਿਲਦੇ ਸਨ। ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ। ਮੇਰਾ ਪਤੀ ਇੱਕ ਛੋਟੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਸਨੇ ਸਾਡੇ ਤੋਂ ਦਹੇਜ ਵੀ ਨਹੀਂ ਲਿਆ ਸੀ। ਮੇਰੀ ਭੈਣ ਅਤੇ ਉਹਨਾਂ ਦੇ ਪਤੀ ਮੇਰੇ ਪਤੀ ਨੂੰ ਬਹੁਤੀ ਇੱਜ਼ਤ ਨਹੀਂ ਦਿੰਦੇ ਸਨ, ਕਿਉਂਕਿ ਜਦੋਂ ਤੋਂ ਸਾਡੇ ਕੋਲ ਪੈਸਾ ਆਇਆ ਸੀ ਮੇਰੀਆਂ ਭੈਣਾਂ ਦਾ ਵਿਹਾਰ ਵੀ ਬਦਲ ਗਿਆ ਸੀ। ਗੀਤਾ ਨੇ ਮੈਨੂੰ ਪੁੱਛਿਆ ਕਿ ਤੈਨੂੰ ਕੁਝ ਚਾਹੀਦਾ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰੀ ਉਹੀ ਭੈਣ ਵਾਪਸ ਚਾਹੀਦੀ ਹੈ ਜੋ ਛੋਟੀਆਂ-ਛੋਟੀਆਂ ਗੱਲਾਂ ਤੇ ਖੁੱਲ੍ਹ ਕੇ ਹੱਸਦੀ ਸੀ। ਹੁਣ ਤੁਹਾਨੂੰ ਮੁਸਕਰਾਉਂਦੇ ਦੇਖਿਆ ਬਹੁਤ ਸਮਾਂ ਹੋ ਗਿਆ ਹੈ। ਇਸ ਤੋਂ ਬਾਅਦ ਗੀਤਾ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਕੇ ਚਲੀ ਗਈ। ਜਾਂਦੇ ਜਾਂਦੇ ਉਹ ਮਾਂ ਪਾਪਾ ਨੂੰ ਕੁਝ ਕਾਗਜ਼ ਤੇ ATM ਕਾਰਡ ਦੇ ਕੇ ਗਈ ਤਾਂ ਜੋ ਲੋੜ ਪੈਣ ਤੇ ਉਹ ਪੈਸੇ ਕਢਵਾ ਸਕਣ। ਉਸ ਨੂੰ ਕਦੇ ਕਿਸੇ ਨੇ ਨਹੀਂ ਪੁੱਛਿਆ ਕਿ ਉਸ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਹਨ। ਜਦੋਂ ਵੀ ਮੈਂ ਉਸ ਨੂੰ ਪੁੱਛਦੀ ਤਾਂ ਮੇਰੇ ਪਰਿਵਾਰ ਵਾਲੇ ਕਹਿੰਦੇ ਕਿ ਤੁਸੀਂ ਆਪਣੀ ਭੈਣ ਤੇ ਸ਼ੱਕ ਕਰ ਰਹੇ ਹੋ, ਜਿਸ ਨੇ ਤੁਹਾਨੂੰ ਗਰੀਬੀ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਸੰਸਾਰ ਦੀਆਂ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ, ਸਮਾਜ ਵਿੱਚ ਤੁਹਾਨੂੰ ਇੱਜ਼ਤ ਦਿਵਾਈ। ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੈਂ ਥੋੜਾ ਪਰੇਸ਼ਾਨ ਸੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਕਿਉਂ ਹੋ, ਹਰ ਵਿਅਕਤੀ ਆਪਣੇ ਕੰਮਾਂ ਲਈ ਖੁਦ ਜ਼ਿੰਮੇਵਾਰ ਹੁੰਦਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਕੋਈ ਭੈਣ ਨਹੀਂ ਹੈ। ਜੇਕਰ ਤੁਹਾਡੇ ਹੁੰਦੀ ਤਾਂ ਤੁਸੀਂ ਇਹੋ ਜਿਹੀ ਗੱਲ ਨਾ ਕਰਦੇ। ਤੁਹਾਨੂੰ ਨਹੀਂ ਪਤਾ ਕਿ ਆਪਣੇ ਭੈਣ ਭਰਾ ਨੂੰ ਅਜੀ ਦਲਦਲ ਵਿੱਚੋਂ ਫਸੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਜਿੱਥੋਂ ਉਹਨਾਂ ਨੂੰ ਮੌਤ ਤੋਂ ਬਿਨਾਂ ਕੋਈ ਨਹੀਂ ਕੱਢ ਸਕਦਾ। ਕਈ ਸਾਲ ਹੋ ਗਏ ਤੇ ਮੈਂ ਗੀਤਾ ਦਾ ਇੰਤਜ਼ਾਰ ਕਰਨ ਲੱਗੀ, ਪਰ ਉਹ ਨਾ ਆਈ ਤੇ ਮੇਰੇ ਘਰ ਧੀ ਨੇ ਜਨਮ ਲਿਆ। ਮੈਂ ਉਸ ਦਾ ਨਾਮ ਸੁਮਿਤ ਰੱਖਿਆ। ਕੁਝ ਸਾਲਾਂ ਬਾਅਦ ਮੇਰੀ ਮਾਂ ਗੁਜ਼ਰ ਗਈ। ਉਹ ਆਪਣੀ ਧੀ ਗੀਤਾ ਦੀ ਉਡੀਕ ਕਰਦੀ ਰਹੀ। ਉਹ ਕਿੱਥੇ ਕੰਮ ਕਰਦੀ ਸੀ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਇੱਕ ਦਿਨ ਸਾਨੂੰ ਖਬਰ ਮਿਲੀ ਕਿ ਗੀਤਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ, ਪਰ ਮੇਰਾ ਦਿਲ ਇਹ ਸਭ ਮੰਨਣ ਨੂੰ ਤਿਆਰ ਨਹੀਂ ਸੀ। ਹਮੇਸ਼ਾ ਲੱਗਦਾ ਸੀ ਕਿ ਉਹ ਜਿਉਂਦੀ ਹੈ। ਮਾਂ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਮੇਰੇ ਪਤੀ ਦੀ ਵੀ ਮੌਤ ਹੋ ਗਈ। ਮੇਰੀ ਕਿਸਮਤ ਵਿੱਚ ਸ਼ਾਇਦ ਘੱਟ ਹੀ ਖੁਸ਼ੀਆਂ ਲਿਖੀਆਂ ਸਨ। ਰੋਂਦੇ ਰੋਂਦੇ ਮਹੀਨੇ ਸਾਲਾਂ ਵਿੱਚ ਬਦਲਦੇ ਰਹੇ ਤੇ ਜਦੋਂ ਮੇਰੀ ਧੀ 20 ਸਾਲਾਂ ਦੀ ਹੋਈ ਤਾਂ ਇੱਕ ਦਿਨ ਮੇਰੀ ਭੈਣ ਗੀਤਾ ਦਾ ਫੋਨ ਆਇਆ। ਜਦੋਂ ਉਸਨੇ ਇੰਨੇ ਸਾਲਾਂ ਬਾਅਦ ਬੁਲਾਇਆ ਤਾਂ ਮੈਂ ਭੱਜ ਕੇ ਉਸ ਨੂੰ ਮਿਲਣ ਗਈ। ਉਹ ਹਸਪਤਾਲ ਵਿੱਚ ਸੀ। ਉਹ ਮੈਨੂੰ ਜੱਫੀ ਪਾ ਕੇ ਬਹੁਤ ਰੋਈ। ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ। ਉਹ ਬਹੁਤ ਕਮਜ਼ੋਰ ਹੋ ਗਈ ਸੀ। ਮੈਨੂੰ ਲੱਗਦਾ ਸੀ ਕਿ ਉਹ ਮੇਰੀ ਭੈਣ ਗੀਤਾ ਨਹੀਂ ਸਗੋਂ ਕੋਈ ਹੋਰ ਔਰਤ ਹੈ। ਉਸ ਦਾ ਅੱਧਾ ਚਿਹਰਾ ਸੜ ਗਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਗੀਤਾ ਨੇ ਇਹ ਸਭ ਕੀ ਹੈ? ਤੂੰ ਵਿਆਹ ਕਰਵਾ ਲਿਆ ਤੇ ਮੈਨੂੰ ਦੱਸਿਆ ਵੀ ਨਹੀਂ। ਜੇ ਤੂੰ ਜਿੰਦਾ ਹੈ ਤਾਂ ਲੋਕ ਕਿਉਂ ਕਹਿੰਦੇ ਸਨ ਕਿ ਤੂੰ ਮਰ ਗਈ ਹੈ? ਉਹ ਆਪਣੇ ਹੱਥਾਂ ਵੱਲ ਦੇਖ ਕੇ ਮੈਨੂੰ ਕਹਿਣ ਲੱਗੀ, ਦੀਦੀ ਮੈਂ ਇਹ ਰਾਹ ਖੁਦ ਆਪਣੀ ਮਰਜ਼ੀ ਨਾਲ ਚੁਣਿਆ ਸੀ। ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ। ਕੋਈ ਨਹੀਂ ਜਾਣਦਾ ਸੀ ਕਿ ਮੈਂ ਕੀ ਕੰਮ ਕਰਦੀ ਹਾਂ। ਕਈ ਸਾਲ ਪਹਿਲਾਂ ਮੈਂ ਆਪਣੀ ਮਾਂ ਨੂੰ ਉਸ ਹਾਲਤ ਵਿੱਚ ਨਹੀਂ ਦੇਖ ਸਕੀ। ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਰੋਟੀ ਲਈ ਰੋਂਦੇ ਨਹੀਂ ਦੇਖ ਸਕਦੀ ਸੀ। ਜਦੋਂ ਮੈਂ ਆਪਣੇ ਦੋਸਤ ਦੇ ਭਰਾ ਕੋਲ ਗਈ ਤਾਂ ਉਸ ਨੇ ਮੈਨੂੰ ਪੇਸ਼ਕਸ਼ ਕੀਤੀ। ਉਸ ਨੇ ਮੈਨੂੰ ਮਾਡਲਿੰਗ ਕਰਨ ਲਈ ਕਿਹਾ ਕਿ ਪਹਿਲਾਂ ਤੁਹਾਡੀ ਐਕਟਿੰਗ ਦੇਖਣੀ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਜਲਦੀ ਦੱਸੋ ਕਿ ਮੈਂ ਕੀ ਕਰਨਾ ਹੈ, ਕਿਉਂਕਿ ਮੈਂ ਪੈਸੇ ਹਸਪਤਾਲ ਲੈ ਕੇ ਜਾਣੇ ਹਨ। ਉਸ ਨੇ ਮੈਨੂੰ ਕਿਹਾ ਕਿ ਜੇਕਰ ਤੁਹਾਨੂੰ ਇੰਨੀ ਹੀ ਜਲਦੀ ਹੈ ਤਾਂ ਇਹ ਪੈਸੇ ਲੈ ਲਓ। ਮੈਂ ਪੈਸੇ ਲੈ ਕੇ ਹਸਪਤਾਲ ਆ ਗਈ, ਪਰ ਪੈਸੇ ਦੇਣ ਤੋਂ ਪਹਿਲਾਂ ਉਸ ਨੇ ਜੋ ਮੈਨੂੰ ਕਿਹਾ ਉਹ ਸੁਣ ਕੇ ਦੁਨੀਆ ਦੇ ਸਾਰੇ ਬੰਦਿਆਂ ਤੋਂ ਮੇਰਾ ਵਿਸ਼ਵਾਸ ਉੱਠ ਗਿਆ। ਤੁਸੀਂ ਠੀਕ ਕਿਹਾ ਸੀ, ਕੋਈ ਵੀ ਬਿਨਾਂ ਲਾਲਚ ਦੇ ਕਿਸੇ ਦੀ ਮਦਦ ਨਹੀਂ ਕਰਦਾ ਅਤੇ ਕਿਸੇ ਗਰੀਬ ਕੁੜੀ ਦੀ ਤਾਂ ਬਿਲਕੁਲ ਵੀ ਨਹੀਂ। ਫਿਰ ਜਦੋਂ ਉਸ ਦਾ ਮੇਰੇ ਤੋਂ ਦਿਲ ਭਰ ਗਿਆ ਤਾਂ ਉਸਨੇ ਮੈਨੂੰ ਕੋਠੇ ਤੇ ਵੇਚ ਦਿੱਤਾ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਸ ਨੇ ਕੋਈ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਫਿਰ ਸਮਾਂ ਬੀਤਦਾ ਗਿਆ। ਮੈਂ ਇਕੱਲੀ ਹੀ ਦੁੱਖ ਝੱਲ ਰਹੀ ਸੀ। ਲੱਖ ਮੈਨੂੰ ਮਿਲਦੇ ਗਏ, ਮੇਰਾ ਕੋਲ ਤਾਂ ਕੁਝ ਵੀ ਨਹੀਂ ਰਿਹਾ। ਮੈਂ ਤਾਂ ਕੀ ਇੱਜ਼ਤ ਦੀ ਜ਼ਿੰਦਗੀ ਬਤੀਤ ਕਰਦੀ। ਇਸੇ ਲਈ ਮੈਂ ਸੋਚਿਆ ਕਿ ਮੈਂ ਆਪਣੇ ਪਰਿਵਾਰ ਵਾਲਿਆਂ
ਨੂੰ ਕਦੇ ਕੁਝ ਨਹੀਂ ਦੱਸਾਂਗੀ। ਤੁਸੀਂ ਸਾਰਿਆਂ ਨੇ ਵਿਆਹ ਕਰਵਾ ਲਿਆ ਹੈ। ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਖੁਸ਼ ਦੇਖਦੀ ਹਾਂ ਤਾਂ ਮੇਰਾ ਦਿਲ ਵੀ ਚਾਹੁੰਦਾ ਸੀ ਕਿ ਮੇਰਾ ਵੀ ਇੱਕ ਛੋਟਾ ਜਿਹਾ ਪਰਿਵਾਰ ਹੋਵੇ, ਪਤੀ ਅਤੇ ਬੱਚੇ ਹੋਣ। ਫਿਰ ਮੈਨੂੰ ਆਪਣਾ ਕੰਮ ਯਾਦ ਆਉਂਦਾ। ਜੇ ਮੈਂ ਨੌਕਰੀ ਛੱਡ ਦਿੰਦੀ ਹਾਂ ਤਾਂ ਮੇਰੇ ਮਾਪਿਆਂ, ਭੈਣਾਂ ਅਤੇ ਭਰਾਵਾਂ ਦਾ ਕੀ ਹੋਵੇਗਾ। ਮੇਰੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਮੈਂ ਤੁਹਾਡੇ ਬਾਰੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ, ਇਸ ਲਈ ਮੈਂ ਕਦੇ ਕਿਸੇ ਦੇ ਸਾਹਮਣੇ ਨਹੀਂ ਆਈ, ਕਿਉਂਕਿ ਅਕਸਰ ਸ਼ਰੀਫ ਆਦਮੀ ਲੋਕਾਂ ਦੀ ਭੀੜ ਵਿੱਚ ਹੁੰਦੇ ਹਨ। ਉਹ ਲੁਕ ਕੇ ਰਾਤ ਦੇ ਹਨੇਰੇ ਵਿੱਚ ਕੋਠਿਆਂ ਵਿੱਚ ਆ ਜਾਂਦੇ ਹਨ। ਦਿਨ ਦੇ ਚਾਨਣ ਵਿੱਚ ਉਹ ਇੰਨੇ ਚੰਗੇ ਬਣ ਕੇ ਘੁੰਮਦੇ ਹਨ, ਸਾਲ ਆਵੇ ਹੀ ਲੰਘਦੇ ਗਏ। ਇੱਕ ਦਿਨ ਇੱਕ ਕੁੜੀ ਕੋਠੇ ਤੇ ਆਈ ਜੋ ਮੇਰੇ ਤੇ ਬਹੁਤ ਮੱਚਦੀ ਸੀ ਅਤੇ ਉਹ ਮੇਰੀ ਜਗ੍ਹਾ ਲੈਣਾ ਚਾਹੁੰਦੀ ਸੀ। ਉਸਨੇ ਸੋਚਿਆ ਇਹ ਸਭ ਬਹੁਤ ਸੌਖਾ ਹੈ। ਉਸਨੇ ਮੇਰਾ ਚਿਹਰਾ ਸਾੜ ਦਿੱਤਾ। ਜਦੋਂ ਉਸਨੇ ਮੇਰਾ ਚਿਹਰਾ ਸਾੜਿਆ ਸੀ ਤਾਂ ਮੈਂ ਬਹੁਤ ਤੜਪੀ ਸੀ, ਪਰ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਆਪਣੇ ਬਾਰੇ ਕੋਈ ਚਿੰਤਾ ਨਹੀਂ ਸੀ, ਕਿਉਂਕਿ ਆਪਣੀ ਪਰਵਾਹ ਤਾਂ ਉਹਨਾਂ ਨੂੰ ਹੁੰਦੀ ਹੈ ਜਿਹੜੇ ਲੋਕ ਜਿਉਣਾ ਚਾਹੁੰਦੇ ਹਨ, ਜਿਨ੍ਹਾਂ ਕੋਲ ਕੋਈ ਹੁੰਦਾ ਹੈ। ਜਦੋਂ ਉਹਨਾਂ ਲੋਕਾਂ ਨੂੰ ਮੇਰੇ ਤੋਂ ਕੋਈ ਲਾਭ ਨਹੀਂ ਹੋ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਉੱਥੋਂ ਬਾਹਰ ਕੱਢ ਦਿੱਤਾ। ਉਹ ਆਦਮੀ ਜੋ ਮੈਨੂੰ ਕੋਠੇ ਤੇ ਛੱਡ ਕੇ ਗਿਆ ਸੀ, ਉਸ ਦੀ ਧੀ ਵੀ ਉਸੇ ਕੋਠੇ ਦੀ ਸ਼ਾਨ ਬਣ ਕੇ ਬੈਠੀ ਹੈ। ਇਸ ਸਦਮੇ ਨਾਲ ਉਹ ਪਾਗਲ ਹੋ ਗਿਆ। ਉਸਨੇ ਗਲਤ ਕੀਤਾ ਸੀ ਅਤੇ ਇੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਸੀ। ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ। ਉਸ ਦੀ ਧੀ ਨੂੰ ਵੀ ਇਹੀ ਕੰਮ ਕਰਨਾ ਪਿਆ। ਸਮਾਜ ਦੇ ਹਰ ਘਰ ਵਿੱਚ ਕੋਈ ਨਾ ਕੋਈ ਕਹਾਣੀ ਮੌਜੂਦ ਹੈ। ਕਿਸੇ ਨਾਲ ਚੰਗਾ ਹੁੰਦਾ ਹੈ, ਕਿਸੇ ਨਾਲ ਮਾੜਾ, ਤੇ ਕੋਈ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਇਸ ਤੇ ਸਦਾ ਲਈ ਪਰਦਾ ਪਾ ਦਿੰਦਾ ਹੈ। ਸ਼ਾਇਦ ਮੈਂ ਉਸ ਦਿਨ ਮਰ ਗਈ ਹੁੰਦੀ, ਪਰ ਇੱਕ ਆਦਮੀ ਨੇ ਮੈਨੂੰ ਬਚਾਇਆ। ਮੈਂ ਉਸਨੂੰ ਮੇਰੇ ਬਾਰੇ ਸਭ ਕੁਝ ਦੱਸਿਆ ਤਾਂ ਉਸਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਉਹ ਵੀ ਮੇਰੇ ਵਰਗੇ ਹਾਲਾਤਾਂ ਦਾ ਸ਼ਿਕਾਰ ਸੀ। ਮੈਂ ਉਸ ਨਾਲ ਵਿਆਹ ਕਰਵਾ ਲਿਆ। ਉਸਨੇ ਮੈਨੂੰ ਮੇਰੇ ਅਤੀਤ ਅਤੇ ਮੇਰੇ ਸੜੇ ਹੋਏ ਚਿਹਰੇ ਨਾਲ ਸਵੀਕਾਰ ਕੀਤਾ। ਮੇਰੇ ਵਿਆਹ ਨੂੰ 2 ਸਾਲ ਹੋ ਗਏ ਹਨ ਜਦੋਂ ਡਾਕਟਰ ਨੇ ਦੱਸਿਆ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਇਹ ਸੁਣਦੇ ਹੀ ਮੈਂ ਡਰਨ ਲੱਗ ਪਈ, ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਜੇਕਰ ਕੋਠੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੇਰੀ ਧੀ ਹੈ ਤਾਂ ਉਹ ਮੇਰੇ ਕੋਲੋਂ ਖੋਹ ਲੈਣਗੇ। ਮੈਂ ਆਪਣੇ ਪਤੀ ਨੂੰ ਕਿਹਾ ਕਿ ਅਸੀਂ ਇੱਥੋਂ ਭੱਜ ਜਾਂਦੇ ਹਾਂ ਅਤੇ ਮੇਰੀ ਗੱਲ ਸੱਚੀ ਨਿਕਲੀ ਅਤੇ ਉਹਨਾਂ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਤੀ ਦਾ 2 ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਮੇਰੇ ਪਤੀ ਬਹੁਤ ਚੰਗੇ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ। ਉਸਨੇ ਕਦੇ ਵੀ ਮੇਰੇ ਅਤੀਤ ਬਾਰੇ ਮੈਨੂੰ ਤਾਨੇ ਨਹੀਂ ਦਿੱਤੇ। ਉਹ ਮੈਨੂੰ ਕਹਿੰਦਾ ਸੀ ਕਿ ਗੀਤਾ, ਤੂੰ ਮੇਰਾ ਪਹਿਲਾ ਤੇ ਆਖਰੀ ਪਿਆਰ ਹੈ ਤੇ ਤੈਨੂੰ ਪਤਾ ਹੈ ਕਿ ਤੈਨੂੰ ਬਚਪਨ ਤੋਂ ਹੀ ਪਸੰਦ ਕਰਦਾ ਸੀ। ਤੇ ਉਹ ਆਪਣੇ ਪਿੰਡ ਵਿੱਚ ਰਹਿੰਦਾ ਸੀ। ਜਦੋਂ ਉਹ ਕੰਮ ਤੇ ਗਿਆ ਤਾਂ ਆਪਾਂ ਉੱਥੇ ਦੂਜੇ ਘਰ ਚਲੇ ਗਏ। ਫਿਰ ਉਹ ਮੈਨੂੰ ਇੰਨੇ ਸਾਲਾਂ ਬਾਅਦ ਮਿਲਿਆ, ਪਰ ਅਸੀਂ ਕੁਝ ਸਾਲ ਹੀ ਇਕੱਠੇ ਰਹੇ। ਅੱਜ ਮੇਰੀ ਧੀ ਦਾ ਜਨਮ ਹੋਇਆ ਹੈ। ਕੱਲ ਨੂੰ ਉਹ ਜਦੋਂ ਜਵਾਨ ਹੋਵੇਗੀ ਤੇ ਉਸ ਨੂੰ ਪਤਾ ਲੱਗੇਗਾ ਕਿ ਇਸ ਦੀ ਮਾਂ ਕੌਣ ਸੀ ਤਾਂ ਉਹ ਮੈਨੂੰ ਨਫ਼ਰਤ ਕਰੇਗੀ। ਇਸ ਲਈ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਇਸ ਬੱਚੇ ਨੂੰ ਮਾਂ ਬਣ ਕੇ ਪਾਲੋਗੇ ਅਤੇ ਇਸ ਨੂੰ ਕਦੇ ਵੀ ਗੀਤਾ ਨਹੀਂ ਬਣਨ ਦੇਵੋਗੇ। ਉਸ ਤੋਂ ਬਾਅਦ ਮੇਰੀ ਭੈਣ ਦੀ ਮੌਤ ਹੋ ਗਈ ਅਤੇ ਮੈਂ ਇਸ ਬੱਚੀ ਨੂੰ ਲੈ ਕੇ ਘਰ ਆ ਗਈ। ਤੁਸੀਂ ਕਿਹਾ ਕਿ ਮੈਂ ਇਸ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਸ ਟਾਈਮ ਮੈਨੂੰ ਇਹ ਸਹੀ ਲੱਗਿਆ ਅਤੇ ਮੈਂ ਤੁਹਾਨੂੰ ਹਾਂ ਕਿਹਾ। ਇਸ ਲਈ ਮੈਂ ਤੁਹਾਡੀ ਨਫ਼ਰਤ ਨੂੰ ਬਰਦਾਸ਼ਤ ਕਰਦੀ ਰਹੀ ਅਤੇ ਇਸ ਬੱਚੇ ਨੂੰ ਸਾਰਿਆਂ ਤੋਂ ਲੁਕਵਾ ਕੇ ਰੱਖਿਆ। ਮੈਨੂੰ ਡਰ ਸੀ ਕਿ ਕਿਤੇ ਕੋਈ ਮੇਰੇ ਤੋਂ ਮੇਰੀ ਭੈਣ ਦੀ ਨਿਸ਼ਾਨੀ ਖੋਹ ਨਾ ਲਵੇ। ਮਾਂ ਆਪਣੀ ਕਹਾਣੀ ਸੁਣਾਉਂਦੇ ਹੋਏ ਬਹੁਤ ਰੋ ਰਹੀ ਸੀ। ਮੈਂ ਆਪਣੀ ਮਾਂ ਬਾਰੇ ਕੀ ਸੋਚ ਰਹੀ ਸੀ। ਮੈਂ ਆਪਣੀ ਮਾਂ ਤੋਂ ਆਪਣੇ ਵਿਵਹਾਰ ਲਈ ਮਾਫ਼ੀ ਮੰਗੀ। ਅਸੀਂ ਉਹ ਇਲਾਕਾ ਛੱਡ ਦਿੱਤਾ। ਮਾਂ ਦੇ ਕਹਿਣ ਤੇ ਅਸੀਂ ਦੋਵੇਂ ਭੈਣਾਂ ਨੇ ਵਿਆਹ ਕਰਾ ਲਿਆ। ਮਾਂ ਦੇ ਕਹਿਣ ਤੇ ਅਸੀਂ ਦੋਵੇਂ ਭੈਣਾਂ ਨੇ ਵਿਆਹ ਕਰਾ ਲਿਆ ਤੇ ਇਸ ਰਾਜ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਮੇਰੀ ਛੋਟੀ ਭੈਣ ਮੇਰੀ ਮਾਸੀ ਦੀ ਧੀ ਸੀ, ਜਿਸ ਨੂੰ ਮੈਂ ਹਮੇਸ਼ਾ ਨਜਾਇਜ਼ ਸਮਝਦੀ ਸੀ। ਮੇਰੀ ਮਾਂ ਦਾ ਦੁੱਖ ਬਹੁਤ ਵੱਡਾ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਝੱਲੇ ਸਨ। ਹਰ ਮਨੁੱਖ ਦੇ ਜੀਵਨ ਵਿੱਚ ਕਈ ਕਹਾਣੀਆਂ ਹੁੰਦੀਆਂ ਹਨ। ਬਹੁਤ ਸਾਰੇ ਦੁੱਖ ਹੁੰਦੇ ਹਨ ਜੋ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਆਪਣੇ ਦੁੱਖ ਬਹੁਤ ਹਨ। ਦੂਸਰਿਆਂ ਦੇ ਦੁੱਖ ਸੁਣਨ ਦੇ ਕੀ ਹੋਵੇਗਾ, ਪਰ ਅਸੀਂ ਕਿਸੇ ਲਈ ਕੁਝ ਨਹੀਂ ਕਰ ਸਕਦੇ। ਪਰ ਜੇ ਅਸੀਂ ਕਿਸੇ ਲਈ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਆਪਣੇ ਸ਼ਬਦਾਂ ਨਾਲ ਉਸ ਨੂੰ ਦਿਲਾਸਾ ਤਾਂ ਦੇ ਸਕਦੇ ਹਾਂ। ਸੰਭਵ ਹੈ ਕਿਸੇ ਦੇ ਹੰਝੂ ਸਾਡੇ ਕੁਝ ਬੋਲਾਂ ਨਾਲ ਰੁਕ ਜਾਣ। ਕਿਸੇ ਦਾ ਭਲਾ ਹੋ ਸਕਦਾ ਹੈ
ਤੇ ਉਹ ਜਿਉਣਾ ਸ਼ੁਰੂ ਕਰ ਦੇਵੇ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।